ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਆਪਣਾ ਮਨਪ੍ਰੀਤ ਅਮਨ। ਸੋ ਤੁਸੀਂ ਦੇਖ ਸਕਦੇ ਹੋ ਜੀ ਦੀਪ ਸਿੱਧੂ ਬਾਈ ਹੋਰੀ ਜੀ ਲਾਈਵ ਸਟੇਜ ਤੋਂ ਫਤਿਹਗੜ੍ਹ ਸਾਹਿਬ ਤੋਂ ਵਨ ਟੋਟਰ ਮਸਲਾ ਤੇ ਉਹ ਅਟਲ ਰਿਹਾ ਹੋ ਡੋਲੇ ਨਹੀਂ ਜਮਾ ਵੀ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਇਕੱਠੇ ਤਾਂ ਹੋ ਜਾਂਦੇ ਆ, ਸਾਰਿਆਂ ਦੇ ਅੰਦਰ ਇੱਕ ਜਜ਼ਬਾ ਅਵਚੇਤਨ ਮਨ 'ਚ ਗੱਲ ਪਈ ਆ। ਕਈ ਵਾਰੀ ਸਾਨੂੰ ਨਹੀਂ ਆਉਂਦੀ ਕਿਉਂ ਜਾਣਾ, ਕੀ ਗੱਲਾਂ ਕਰਨੀਆਂ, ਇਕੱਠੇ ਕਿਉਂ ਹੋਣਾ। ਜਿਹੜੇ ਇੱਧਰ ਬਾਈ ਬੈਠੇ ਆ, ਮੈਨੂੰ ਲੱਗਦਾ ਬਾਈ ਇੱਧਰ ਸਾਹਮਣੇ ਆ ਜਾਓ ਤਾਂ ਗੱਲ ਕਰਨੀ ਸੌਖੀ ਆ, ਕਿਉਂਕਿ ਅੱਜ ਜਿਹੜਾ ਆਪਣਾ ਇਕੱਠ ਆ ਵੀ ਬਣ ਕੇ ਇੱਥੋਂ ਅਸਦਾ ਕਰਕੇ ਸਪੀਕਰ ਦੀਆਂ ਪਲੀਜ਼ ਤੁਸੀਂ ਬੈਠੇ ਰਹੋ ਜੀ। ਮੈਂ ਕਹਿੰਦਾ ਇੱਧਰ ਨਹੀਂ ਤਾਂ ਜਿਹੜੀ ਗੱਲ ਦਾ ਨਾਮ ਨਹੀਂ ਹੁੰਦਾ ਸਾਡੀ ਜਦੋਂ ਤੱਕ ਆਖਣਾ ਮਿਲੇ। ਤੁਸੀਂ ਦੇਖ ਸਕਦੇ ਹੋ ਸੰਗਤ ਸੋ ਜੁੜੀ ਹੋਈ, ਤੁਸੀਂ ਅਮਨਪ੍ਰੀਤ ਅਮਨ ਦੇ ਨਾਲ। ਜੋ ਮੌਜੂਦਾ ਸਮਾਜੀ ਹਕੀਕਤ ਸੂਰਤੇ ਹਾਲ ਉਸ ਹਕੀਕਤ ਤੋਂ ਅਸੀਂ ਕੋਈ ਬੜੇ ਸੰਤੁਸ਼ਟ ਨਹੀਂ। ਇਹੀ ਸਮਝ ਆਪਣੀ ਅੱਜ ਕੇ ਆਪਾਂ ਇੱਥੇ ਇਕੱਠੇ ਹੋਏ, ਜਿਹਨੂੰ ਸੋਸ਼ਲ ਰਿਐਲਿਟੀ ਕਹਿੰਦੇ ਆ, ਜਿਹੜੀ ਲਗਾਤਾਰ ਬਦਲ ਰਹੀ ਆ, ਕਿੱਧਰ ਨੂੰ ਜਾ ਰਹੀ ਆ, ਘਟਨਾਵਾਂ ਕੀ ਵਾਪਰ ਰਹੀਆਂ, ਇਹਨਾਂ ਘਟਨਾਵਾਂ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ। ਇਹ ਘਟਨਾਵਾਂ ਇਤਿਹਾਸ 'ਚ ਵੀ ਵਾਪਰੀਆਂ, ਪਰ ਇਤਿਹਾਸ 'ਚ ਹੂਬਹੂ ਘਟਨਾਵਾਂ 'ਚ ਦੇਖੀਏ ਵੀ ਆਈ ਵਾਪਰਦੀਆਂ ਹੁਣ ਤਾਂ ਆਈ ਨਹੀਂ ਹੁੰਦਾ। ਪਰ ਹਾਂ ਉਹਨਾਂ ਦੇ ਵਿੱਚ ਕੋਈ ਇੱਕ ਵਿਅਕਤੀ, ਇੱਕ ਡੋਰ ਜਾਂ ਕਹਿ ਲਈਏ ਜੋ ਵਰਤਾਰੇ ਵਾਪਰੇ ਪਹਿਲਾਂ, ਜੋ ਉਸ ਵੇਲੇ ਦੀ ਰਾਜ ਕਰ ਰਹੀ ਹੁੰਦੇ ਸਰਕਾਰ ਨੇ ਜਾਂ ਭਾਰਤੀ ਹਕੂਮਤ ਸਟੇਟ ਨੇ ਸਾਡੇ ਨਾਲ ਕੀਤਾ, ਤੇ ਜੋ ਅੱਜ ਵਾਪਰ ਰਿਹਾ ਉਹਦੇ 'ਚ ਕੋਈ ਬੜਾ ਫਰਕ ਨਹੀਂ ਹੈ। ਸੋ ਗੱਲ ਜਾ ਕੇ ਰਹੀ ਆ, ਅਸੀਂ ਅੱਜ ਇੱਥੇ ਬੈਠੇ ਸੋਸ਼ਲ ਰਿਐਲਿਟੀ ਨੂੰ, ਮੌਜੂਦਾ ਸਮਾਜੀ ਹਕੀਕਤ ਨੂੰ ਅਸੀਂ ਸਮਝ ਰਹੇ ਹਾਂ। ਫਿਰ ਅਸੀਂ ਇਹਦਾ ਹੱਲ ਕਿਵੇਂ ਕੱਢੀਏ, ਜਾਂ ਅਸੀਂ ਇਸ ਗੱਲ ਨੂੰ ਸਮਝੀਏ ਵੀ ਕਿਵੇਂ ਪਹਿਲਾਂ, ਕਿਉਂਕਿ ਜੇ ਅਸੀਂ ਇਸ ਗੱਲ ਨੂੰ ਦੇਖੀਏ ਵੀ ਸਾਨੂੰ ਬਹੁਤ ਸਮਝ ਆ ਮਸਲਿਆਂ ਦੀ, ਜਾਂ ਸਾਨੂੰ ਇਸ ਮੌਜੂਦਾ ਹਕੀਕਤ ਦੀ ਸਮਝ ਆ, ਜਾਂ ਸਾਡੀ ਕੌਮ ਨੂੰ ਜਾਂ ਪੰਜਾਬ 'ਚ ਵਸਦੇ ਲੋਕਾਂ ਨੂੰ ਸਮਝ ਆ, ਤਾਂ ਅਸੀਂ ਇਹ ਪਹਿਲਾਂ ਗੱਲ ਮੰਨ ਕੇ ਚੱਲੀਏ ਵੀ ਸਾਨੂੰ ਬਾਹਲੀ ਸਮਝ ਨਹੀਂ ਆ, ਸਾਡਾ ਹਜੇ ਸਮਝ ਦਾ ਪੱਧਰ ਵੀ ਬਹੁਤ ਨੀਵਾਂ। ਸੋ ਸਾਨੂੰ ਇੱਕ ਕਲੈਕਟਿਵ ਤੌਰ ਤੇ, ਇੱਕ ਸਮੂਹਿਕ ਤੌਰ ਤੇ ਵੀ ਆਪਣੀ ਸਮਝ ਨੂੰ ਉੱਤੇ ਉਠਾਉਣਾ ਪਊਗਾ। ਹੁਣ ਜਿਹੜੇ ਬੰਦੇ ਇਹ ਸੋਚ ਰਹੇ ਆ ਵੀ ਇਹ ਹਾਲਾਤ ਜੋ ਪੈਦਾ ਕੀਤੇ ਜਾ ਰਹੇ ਆ, ਇਹ ਸਾਡੇ ਪੈਦਾ ਨਹੀਂ ਕੀਤੇ ਹੋਏ, ਜਾਂ ਸਾਡੇ ਲੋਕਾਂ ਦੇ ਵੀ ਨਹੀਂ ਪੈਦਾ ਕੀਤੇ ਹੋਏ, ਇਹ ਤਾਂ ਸਾਡੇ ਗਲ ਪਏ ਆ, ਇਹ ਸਾਡੇ ਗਲ ਪਾਏ ਜਾ ਰਹੇ ਆ। ਅਸੀਂ ਵਿਕਟਮ ਆ। ਸੋ ਵਿਕਟਮ ਧਿਰ ਤੇ ਇੱਕ ਜਿਹੜੀ ਧਿਰ ਹੁੰਦੀ ਆ ਕਲਪਰੇਟ, ਜਿਨ੍ਹਾਂ ਨੇ ਸਾਡੇ ਹਾਲਾਤ ਇਹ ਗਲ ਪਾਏ ਆ, ਇਹਦੇ 'ਚ ਡਿਸਟਿੰਕਸ਼ਨ ਕਰਨੀ ਵੀ ਬਹੁਤ ਜ਼ਰੂਰੀ ਆ। ਇਹਦੇ 'ਚ ਸਾਨੂੰ ਫਰਕ ਪਤਾ ਹੋਣਾ ਚਾਹੀਦਾ ਵੀ ਵਿਕਟਮ ਕੌਣ ਆ ਤੇ ਕਲਪਰੇਟ ਕੌਣ ਆ। ਅਗਲੀ ਗੱਲ, ਜਦੋਂ ਮੈਂ ਕਿਹਾ ਸਾਡੀ ਇੱਕ ਸਮੂਹਕ ਤੌਰ ਤੇ ਜਾਂ ਕਲੈਕਟਿਵ ਕੌਨਸ਼ੀਅਸਨੈਸ ਜਿਹਨੂੰ ਕਹਿੰਦੇ ਆ, ਸਾਨੂੰ ਉਹਦਾ ਵੀ ਇੰਟਲੈਕਚੁਅਲ ਪੱਧਰ ਆ, ਜੋ ਇੱਕ ਬੌਧਿਕ ਲੈਵਲ ਆ, ਉਹ ਵੀ ਉੱਤੇ ਚੱਕਣਾ ਪਊਗਾ, ਤਾਂ ਗੱਲਾਂ ਦੀ ਸਮਝ ਆਊਗੀ। ਕਿਤੇ ਕਈ ਵਾਰੀ ਲੰਬੇ ਸਮੇਂ ਤੱਕ ਇਸ ਗੱਲ ਤੇ ਵਿਚਾਰ ਚਰਚਾ ਹੁੰਦੀ ਆ, ਸਿਰ ਜੋੜ ਕੇ ਬੈਠਿਆ ਜਾਂਦੇ ਆ ਵੀ ਮਸਲਿਆਂ ਨੂੰ ਸਮਝੀਏ ਤਾਂ ਸਹੀ, ਕਿਉਂਕਿ ਸਾਡੇ ਕੋਲੇ ਕੋਈ ਇਲਹਾਮ ਤਾਂ ਹੈ ਨਹੀਂ। ਅਸੀਂ ਕੋਈ ਇਹ ਕਹਿ ਦਈਏ ਵੀ ਅਸੀਂ ਦੈਵੀ ਸ਼ਕਤੀ ਜਾਂ ਕੋਈ ਦੈਵੀ ਇੱਕ ਇਲਹਾਮ ਲੈ ਕੇ ਫੇਰ ਆਏ ਆ, ਉਹ ਤਾਂ ਹੈ ਨਹੀਂ। ਇੱਕ ਇੰਟਲੈਕਚੁਅਲ ਪੱਧਰ ਤੇ ਹੀ ਗੱਲਾਂ ਨੂੰ ਸਮਝ ਰਹੇ ਆ, ਤੇ ਜੇ ਇੰਟਲੈਕਚੁਅਲ ਪੱਧਰ ਤੇ, ਇੱਕ ਬੌਧਿਕ ਪੱਧਰ ਤੇ ਗੱਲਾਂ ਨੂੰ ਸਮਝ ਰਹੇ ਆ, ਸੋ ਫਿਰ ਕਿਸੇ ਦੀ ਸਮਝ ਕਿਸੇ ਵਿਸ਼ੇ ਨੂੰ ਲੈ ਕੇ ਹੁੰਦੀ ਆ, ਕਿਸੇ ਦੀ ਕਿਸੇ, ਉਹ ਜਿਹੜਾ ਕਹਿੰਦਾ ਪਰਸਪੈਕਟਿਵ, ਵੀ ਵੱਖਰੇ ਵੱਖਰੇ ਪਰਸਪੈਕਟਿਵ ਹੁੰਦੇ ਆ। ਗੱਲ ਮਸਲਿਆਂ ਨੂੰ ਸਮਝਣਾ ਤੇ ਆਪਣੇ ਬੌਧਿਕ ਲੈਵਲ ਨੂੰ, ਸਮੂਹਕ ਤੌਰ ਤੇ ਕੌਮ ਨੂੰ ਉੱਥੇ ਲੈ ਕੇ ਜਾਣਾ, ਇਹਦੀ ਬਹੁਤ ਵੱਡੀ ਜ਼ਰੂਰਤ ਆ। ਸੋ ਅੱਜ ਇਕੱਠੇ ਹੋਣ ਦਾ ਮਕਸਦ ਕੀ ਹੈ? ਅੱਜ ਇਕੱਠੇ ਹੋਣ ਦਾ ਮਕਸਦ ਇਹ ਆ
ਵੀ 47 ਤੋਂ ਲੈ ਕੇ 70 ਦੇ ਦਹਾਕਿਆਂ ਤੱਕ ਅਸੀਂ ਬਹੁਤ ਕੁਝ ਸਹਿਆ। ਇੱਕ ਸੰਘਰਸ਼ ਪੈਦਾ ਹੋਇਆ ਉਹਨਾਂ ਉਸ 70-80 ਦੇ ਦਹਾਕੇ 'ਚ। ਉਹ ਸੰਘਰਸ਼ ਜਾਂ ਉਸ ਫਾਊਂਡੇਸ਼ਨ ਤੇ ਅੱਜ ਅਸੀਂ ਖੜੇ ਹਾਂ। ਤੇ ਲਗਾਤਾਰ ਜਿਹੜਾ ਇੱਕ ਕਹਿੰਦੇ ਆ ਨੁਕਸਾਨ ਕਰਾਉਣਾ, ਚਾਹੇ ਆਪਦੇ ਅਸੀਂ ਬੰਦੇ ਆਪਦੇ ਜਰਨੈਲ ਉਹਨਾਂ ਦੀਆਂ ਸ਼ਹਾਦਤਾਂ ਹੋਣ, ਸਾਡੇ ਅਜ਼ਮਤ ਤੇ ਸ਼ਾਨ ਦਰਬਾਰ ਸਾਹਿਬ ਦੀ ਤੇ ਉੱਥੇ ਟੈਂਕ ਚੜਾਏ ਜਾਣ, ਸਾਡੀ ਨਸ਼ਲ ਤੁਸੀਂ ਕੀਤੀ ਜਾਵੇ, ਤੇ ਫਿਰ ਵੱਡੇ ਵੱਡੇ ਸੰਘਰਸ਼ ਪੈਦਾ ਹੋਣੇ, ਗੁਰਦੁਆਰੇ ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਹੋਵੇ। ਫਿਰ ਹੁਣ ਗੱਲ ਪਹੁੰਚ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੱਕ। ਜੋ ਇਹ ਗੱਲਾਂ ਵਾਪਰ ਰਹੀਆਂ ਸੀ ਲਗਾਤਾਰ ਇਸ 47 ਤੋਂ ਲੈ ਕੇ, ਹੋ ਸਕਦਾ ਜਦੋਂ ਤੋਂ ਸਾਡਾ ਰਾਜ ਸਾਥੋਂ ਗਿਆ ਤੇ ਅੰਗਰੇਜ਼ ਹਕੂਮਤ ਆਈ ਉੱਥੋਂ ਗੱਲ ਸ਼ੁਰੂ ਹੋ ਗਈ ਸੀ, ਤੇ ਸਾਡੇ ਤੇ ਲਗਾਤਾਰ ਇੱਕ ਡਰਾਮਾ ਇਹ ਵਰਤਾਰੇ ਵਾਪਰ ਰਹੇ ਆ। ਸੋ ਇਹੋ ਜਿਹੀਆਂ ਕੋਸ਼ਿਸ਼ਾਂ ਇਕੱਠੇ ਹੋ ਕੇ ਬੈਠੀਆਂ, ਜਾਂ ਇਹ ਕਹਿ ਲਓ ਇੱਕ ਛੋਟਾ ਜਿਹਾ ਬੇਬੀ ਸਟੈਪ, ਜਿਵੇਂ ਆਪਾਂ ਕਿਹਾ ਸੀ, ਜਿਹੜੀ ਆਪਣੀ ਜਥੇਬੰਦੀ ਵੀ ਹੈ ਇੱਕ ਸਮਾਲ ਸਟੈਪ ਹੈ, ਇੱਕ ਬੇਬੀ ਸਟੈਪ ਆ। ਨਾ ਤਾਂ ਆਪਣੇ ਕੋਲ ਕੋਈ ਰਿਸੋਰਸਿਸ ਆ, ਨਾ ਪੈਸੇ ਆ, ਨਾ ਕੋਈ ਉਹਦਾ ਇੱਕ ਨਾ ਦਫ਼ਤਰ ਆ, ਨਾ ਕੋਈ ਢਾਂਚਾ ਹੈ। ਅਜੇ ਤਾਂ ਆਪਣੇ ਕੋਲ ਕੁਝ ਵੀ ਨਹੀਂ ਹੈ, ਇੱਕ ਸੋਚ ਆ। ਉਹੀ ਸੋਚ ਉਹਨਾਂ ਸਿਧਾਂਤਾਂ ਤੇ ਜੋ ਸਾਡੇ ਰਹਿਬਰਾਂ ਨੇ, ਸਾਡੇ ਗੁਰੂਆਂ ਨੇ ਸਾਨੂੰ ਦਿੱਤੀ ਹੈ। ਜੋ ਸੰਤ ਜਰਨੈਲ ਸਿੰਘ ਕੌਮ ਦੇ ਮਹਾਨ ਸ਼ਹੀਦ, ਜਿਹੜੇ ਕੌਮ ਦੀਆਂ ਅਨੇਕਾਂ ਦਹਾਕਿਆਂ ਦੀ ਅਰਦਾਸਾਂ ਤੋਂ ਬਾਅਦ ਕਿਤੇ ਸਾਹਮਣੇ ਸੀ, ਕਿਉਂਕਿ ਜਦੋਂ ਉਹੇ ਦੀ ਸ਼ਖਸੀਅਤ, ਉਹੇ ਦੀ ਕੋਈ ਰੂਹ ਸਾਡੇ ਚ ਆਉਂਦੀ ਆ, ਉਹ ਆਏ ਨਹੀਂ ਵਾਪਰ ਜਾਂਦੀ ਗੱਲ ਵੀ ਬਸ ਕਿਤੇ ਜਨਮ ਭੇਦੇ ਆ ਗਏ। ਇਹ ਤਾਂ ਪਤਾ ਨਹੀਂ ਕਿੰਨੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਉਹਨਾਂ ਬੰਦਿਆਂ ਵੱਲੋਂ ਵੀ ਹੇ ਅਕਾਲ ਪੁਰਖ ਵਾਹਿਗੁਰੂ, ਹੁਣ ਤਾਂ ਕਿਸੇ ਨੂੰ ਭੇਜ ਦੇ, ਹੁਣ ਤਾਂ ਕਿਤੇ ਗੱਲ ਜਾ ਕੇ ਪ੍ਰਤੱਖ ਹੋਵੇ, ਕੋਈ ਨਾ ਕੋਈ ਆ ਕੇ ਸਾਡੀ ਬਾਂਹ ਫੜੇ, ਹੁਣ ਤਾਂ ਕੋਈ ਉਹ ਸ਼ਖਸੀਅਤ, ਕੋਈ ਮਹਾਨ ਬ੍ਰਹਮ ਗਿਆਨੀ ਜਿਹੜੀ ਰੂਹ ਉਹ ਸਾਡੇ 'ਚ ਭੇਜ ਕੇ ਉਦੋਂ ਬਾਅਦ ਉਹ ਸਾਨੂੰ ਮਿਲੇ। ਜਿਹੜੇ ਇਸ ਪੂਰੇ ਅੱਜ ਤੱਕ ਸਾਡਾ ਵੀ ਜਿਹੜਾ ਹਿੰਦੂ ਰਾਸ਼ਟਰ ਦਾ ਫਲਸਫਾ ਅੱਜ BJP ਵਾਲੇ RSS ਵਾਲੇ ਲੈ ਕੇ ਫਿਰਦੇ ਆ, ਅੱਜ ਤੱਕ ਸਾਡਾ ਹੋ ਚੁੱਕਿਆ ਸੀ ਬਾਈ ਜੀ। ਜੇ ਸਾਡੇ ਕੋਲੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਸ ਕੌਮ ਨੂੰ ਨਾ ਮਿਲੇ ਹੁੰਦੇ, 20ਵੀਂ ਸਦੀ ਦਾ ਮਹਾਨ ਸ਼ਹੀਦ ਦਾ ਦਰਜਾ ਜਿਹਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਦਿੱਤਾ, ਜੇ ਉਹ ਨਾ ਆਏ ਹੁੰਦੇ ਅੱਜ ਤੱਕ ਸਾਡਾ ਵੀ ਹਿੰਦੂਕਰਨ ਹੋ ਗਿਆ ਸੀ। ਸੋ ਗੱਲ ਆਪਾਂ ਇੱਥੇ ਮਜ਼ਹਬੀ ਸਿੱਖ ਜਾਂ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਇਹ ਨਹੀਂ ਕਰ ਰਹੇ, ਗੱਲ ਤਾਂ ਵਿਆਪਕਤਾ ਦੀ, ਇੱਕ ਡਾਈਵਰਸਿਟੀ ਦੀ ਕਰ ਰਹੇ ਆ। ਗੱਲ ਸਮਝਣੀ ਕੀ ਆ, ਘਟਨਾਵਾਂ ਨੂੰ ਕਿਵੇਂ ਦੇਖੀਏ, ਆਪਦੀ ਵਿਆਪਕਤਾ ਨੂੰ, ਆਪਦੀ ਡਾਈਵਰਸਿਟੀ ਨੂੰ, ਸਾਡੇ ਨਿਆਰੇਪਣ ਨੂੰ, ਸਾਡੀ ਵਿਲੱਖਣਤਾ ਨੂੰ ਕਿਵੇਂ ਬਚਾ ਕੇ ਰੱਖੀਏ। ਸੋ ਅੱਜ ਜੋ ਕੌਮ ਦੇ ਸਾਹਮਣੇ, ਪੰਜਾਬ ਦੇ ਸਾਹਮਣੇ ਸੰਕਟ ਸਾਨੂੰ ਦਿਸ ਰਹੇ ਆ, ਕਿਸਾਨੀ ਅੰਦੋਲਨ ਵੀ ਉੱਥੋਂ ਹੀ ਪੈਦਾ ਹੋਇਆ, ਉਹਨਾਂ ਗੱਲਾਂ ਨੂੰ ਕਿਵੇਂ ਸਮਝੀਏ। ਸੋ ਜੋ ਮਸਲੇ ਸਾਡੇ ਲਈ ਪੈਦਾ ਕੀਤੇ ਜਾ ਰਹੇ ਆ, ਸਾਡੇ ਗਲਾਂ 'ਚ ਪਾਏ ਜਾ ਰਹੇ ਆ, ਉਹਨਾਂ ਮਸਲਿਆਂ ਨੂੰ ਕਿਵੇਂ ਦੇਖੀਏ, ਤੇ ਫਿਰ ਇਹਦਾ ਹੱਲ ਕੀ ਕੱਢਿਆ ਜਾਣਾ ਚਾਹੀਦਾ, ਇਹਦੇ ਹੱਲ ਹੋਣੇ ਕੀ ਚਾਹੀਦੇ। ਮੇਰਾ ਪਹਿਲਾਂ ਆ ਕੇ ਕੁਝ ਆਪਦੇ ਬੋਲ ਤੁਹਾਡੇ ਨਾਲ ਸਾਂਝੇ ਕਰਨ ਦਾ ਮਕਸਦ ਹੀ ਇਹ ਹੈ, ਗੱਲਾਂ ਨੂੰ ਗੰਭੀਰਤਾ ਨਾਲ ਵਿਚਾਰਨਾ, ਮਸਲਿਆਂ ਨੂੰ ਸਮਝਣਾ। ਸਾਡੇ ਜਿਹੜੇ ਬਹੁਤੇ ਲੈਵਲ ਤੇ ਵਿਦਵਾਨ ਆ, ਸਰਦਾਰ ਕਰਮਜੀਤ ਸਿੰਘ ਅੱਗੇ ਬਾਪੂ ਜੀ ਬੈਠੇ ਆ, ਜਥੇਦਾਰ ਹਵਾਰਾ ਜੀ ਨੇ, ਹਨਾ, ਹੋਰ ਆਪਣਾ ਬਾਈ ਰਾਜਕੋਟ ਵਾਲੇ ਜਸਵਿੰਦਰ ਬਾਈ ਬੈਠੇ ਆ, ਹੋਰ ਆਪਣਾ ਸੁਖਵਿੰਦਰ ਵੀ ਆਇਆ ਸੱਤ, ਜਿਹੜੀ ਆਪਣੀ ਇੱਕ ਸਟੂਡੈਂਟ ਜਥੇਬੰਦੀ ਆ, ਉਹਨਾਂ ਨੇ ਬੜਾ ਸੰਘਰਸ਼ ਆਪਦਾ ਯੂਨੀਵਰਸਿਟੀ ਕਾਲਜ ਪੱਧਰ ਤੇ ਆਪਦਾ ਸ਼ੁਰੂ ਕੀਤਾ ਹੋਇਆ। ਭਾਣਾ ਬਾਈ ਬੈਠਾ, ਗੁਰਮੀਤ ਬਾਈ, ਮਨਜੀਤ, ਫੌਜੀ ਬਾਈ, ਹੋਰ ਜਿਹੜੇ ਬੰਦੇ ਆਪਣੇ, ਚਲੋ ਹੋਰ ਜੁਝਾਰੂ ਸਿੰਘ, ਜਿਨ੍ਹਾਂ ਦਾ ਕਈ ਵਾਰੀ ਜਦੋਂ ਤੁਸੀਂ ਖੜੇ ਹੋ ਸਟੇਜ ਤੇ ਨਾ ਤੁਹਾਡੇ ਵੈਸੇ ਹੀ ਨਾਂ ਨਹੀਂ ਚੇਤੇ ਆਉਂਦਾ ਹੁੰਦਾ, ਪਰ ਹੈ ਸਾਰੇ ਆਪਦੀ ਗੱਲ, ਨਾਵਾਂ ਦੀ ਨਹੀਂ ਹੈ ਗੱਲ, ਇੱਥੇ ਸ਼ਖਸੀਅਤ ਦੀ ਵੀ ਨਹੀਂ ਹੈ, ਕਿਉਂਕਿ ਨਾ ਆਪਾਂ ਨਾਵਾਂ ਪਿੱਛੇ ਜਾਣਾ, ਨਾ ਕਿਸੇ ਸ਼ਖਸੀਅਤ ਪਿੱਛੇ ਜਾਣਾ, ਤੇ ਦੀਪ ਸਿੱਧੂ ਦੀ ਵੀ ਕੋਈ ਹਸਤੀ ਨਹੀਂ ਹੈ। ਗੱਲ ਤਾਂ ਇੱਕ ਕਲੈਕਟਿਵ ਕੌਨਸ਼ੀਅਸਨੈਸ ਦੀ ਹੈ, ਇੱਕ ਕਲੈਕਟਿਵ ਲੀਡਰਸ਼ਿਪ ਦੀ ਹੈ, ਤੇ ਜੇ ਅਸੀਂ ਉੱਥੋਂ ਤੱਕ, ਉਸ ਟੀਚੇ ਤੱਕ ਨਾ ਪਹੁੰਚੇ, ਫਿਰ ਆਪਣਾ ਚਾਹੇ ਇਕੱਲੇ ਸੰਘਰਸ਼ ਕਰ ਲਓ, ਚਾਹੇ ਜਥੇਬੰਦਕ ਤੌਰ ਤੇ ਸੰਘਰਸ਼ ਕਰ ਲਓ, ਫਿਰ ਫਾਉ ਨਹੀਂ ਪੈਣਾ। ਅੱਜ ਲੋੜ ਆ ਸਾਨੂੰ
ਇਕੱਠੇ ਹੋਣ ਦੀ ਅੱਜ ਲੋੜ ਆ ਸਾਨੂੰ ਆਪਦੇ ਅੰਦਰ ਉਸ ਜਜ਼ਬੇ ਨੂੰ ਅਵਚੇਤਨ ਮਨ 'ਚ ਜਿਹੜੇ ਜਜ਼ਬੇ ਨੇ 26 ਨਵੰਬਰ ਨੂੰ ਸਾਡੇ ਤੋਂ ਬੈਰੀਕੇਡ ਲੜਾਏ ਸੀ, ਜਿਹੜੇ ਜਜ਼ਬੇ ਨੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਚਲਾਏ ਸੀ, ਜਿਹੜੇ ਜਜ਼ਬੇ ਨੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਜਿਹੜਾ ਕੋਈ ਉੱਥੇ ਬੰਦਾ ਗਿਆ, ਜਿਹੜੇ ਜਜ਼ਬੇ ਨੇ ਉਹਨੂੰ ਸੁੱਧਾ ਲਾਇਆ ਉਸ ਜਜ਼ਬੇ ਨੂੰ ਜਗਾਉਣ ਦੀ। ਇਹ ਵੀ ਵੱਖਰੀ ਗੱਲ ਆ ਕਿ ਬੜੀ ਨਿੰਦਾ ਕੀਤੀ ਜਾ ਰਹੀ ਹੈ ਵੀ ਇਹ ਨਹੀਂ ਹੋਣਾ ਚਾਹੀਦਾ ਸੀ। ਇਹ ਗੱਲ ਮੈਂ ਬਾਅਦ ਚ ਕਰੂੰਗਾ, ਪਰ ਇੱਕ ਛੋਟਾ ਜਿਹਾ ਇਹਦਾ ਜਵਾਬ ਵੀ ਜੇ ਫੇਰ ਤੁਸੀਂ ਕਹਿੰਦੇ ਹੋ ਅਸੀਂ ਨਲੂਏ ਦੇ ਵਾਰਸ ਹਾਂ, ਫੇਰ ਜੇ ਸਦਾ ਹਰੀ ਸਿੰਘ ਨਲੂਆ ਹੁੰਦੇ ਉਹ ਕੀ ਕਰਦੇ? ਆਪਦੀ ਪਿਓ ਨੂੰ, ਆਪਦੇ ਪਿਓ ਦੀ ਪੱਗ ਨੂੰ ਕੋਈ ਹੱਥ ਪਾਉਂਦਾ ਜਾਂਦਾ। ਹਰ ਕੌਮ ਚ, ਹਰ ਫਿਰ ਖਿੱਤੇ ਚ ਜਿਹੜੇ ਲੋਕ ਵਸਦੇ ਆ ਉਹਨਾਂ ਦੀ ਆਪਦੀ ਇੱਕ ਸੇਕਰਡਨੈਸ ਹੁੰਦੀ ਹੈ। ਸੇਕਰਡਨੈਸ ਨੂੰ ਪੰਜਾਬੀ ਚ ਉਹਨਾਂ ਕੋਈ ਲਫ਼ਜ਼ ਜੋ ਮੈਨੂੰ ਦੱਸੇਗਾ ਤਾਂ ਸਾਂਝਾ ਕਰ ਲਈਏ ਵੀ ਆਪਦੀ ਇੱਕ ਪਵਿੱਤਰਤਾ ਹੁੰਦੀ ਹੈ। ਮੈਂ ਗੱਲ ਇਹ ਸਾਡੇ ਹਿੰਦੂ ਭਾਈਚਾਰੇ ਤੋਂ ਪੁੱਛਦਾ ਵੀ ਜੇ ਤੁਹਾਡੇ ਦੇਵਤੇ ਨੂੰ ਕੋਈ ਹੱਥ ਪਾਵੇ ਤਾਂ ਤੁਸੀਂ ਕੀ ਕਰੋਗੇ? ਅਸੀਂ ਕਿਸੇ ਨੂੰ ਭੜਕਾ ਨਹੀਂ ਰਹੇ। ਮੁਸਲਮਾਨ ਭਾਈਚਾਰੇ ਤੋਂ ਪੁੱਛਦੇ ਆ ਤੁਹਾਡੇ ਕਿਸੇ ਪੈਗੰਬਰ ਨੂੰ ਕੋਈ ਹੱਥ ਪਾਵੇ ਤੁਸੀਂ ਕੀ ਕਰੋਗੇ? ਅਸੀਂ ਇਹੀ ਗੱਲ ਕ੍ਰਿਸਚੀਅਨਿਟੀ ਦੇ, ਇਸਲਾਮ ਦੇ ਜਿਹੜੇ ਉਹਨਾਂ ਦੇ ਕੋਈ ਰਿਪਰੈਜ਼ੈਂਟੇਟਿਵਸ ਆ ਉਹਨਾਂ ਤੋਂ ਪੁੱਛਦੇ ਆ ਵੀ ਜੇ ਤੁਹਾਡੇ ਜੀਸਸ ਕ੍ਰਾਈਸਟ ਨੂੰ ਜਿਨ੍ਹਾਂ ਨੂੰ ਅਸੀਂ ਉਹਨੇ ਆਦਰ ਸਤਿਕਾਰ ਦਿੰਦੇ ਆ ਉਹਨਾਂ ਨੂੰ ਕੋਈ ਹੱਥ ਪਾਉਂਦਾ ਤਾਂ ਤੁਸੀਂ ਕੀ ਕਰੋਗੇ? ਤੇ ਸਾਡੀ ਵੀ ਤਾਂ ਇੱਕ ਸੇਕਰਡਨੈਸ ਆ। ਸਾਡੇ ਲਈ ਤਾਂ ਹਾਜ਼ਰ ਨਾਜ਼ਰ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ, ਹਾਜ਼ਰ ਨਾਜ਼ਰ ਗੁਰੂ ਆ। ਤੇ ਜੇ ਸਾਡੀ ਪਵਿੱਤਰਤਾ, ਸਾਡਾ ਵਿਸ਼ਵਾਸ, ਸਾਡੀ ਸੇਕਰਡਨੈਸ ਇਸ ਗੱਲ 'ਚ ਆ ਤੇ ਜੇ ਸਾਡੇ ਪਿਓ ਨੂੰ ਕੋਈ ਹੱਥ ਪਾਉਂਦਾ ਫਿਰ ਅਸੀਂ ਵੀ ਉਹ ਕਰਦਾ। ਫਿਰ ਸਿੱਖਾਂ ਕੋਲੇ ਕੋਈ ਆਪਦਾ ਕਾਨੂੰਨ ਤਾਂ ਹੈ ਨਹੀਂ ਨਾ। ਸਿੱਖ ਤਾਂ ਇਸੇ ਦੇਸ਼ ਦੇ ਕਾਨੂੰਨ ਤੇ ਨਿਰਭਰ ਆ। ਇਸ ਦੇਸ਼ 'ਚ 2015 ਤੋਂ ਗੁਰੂ ਸਾਹਿਬ ਦੇ ਨਿਰਾਦਰ ਕਰਨ ਦੀਆਂ ਨਿਰੰਤਰ ਕੋਸ਼ਿਸ਼ਾਂ ਹੋ ਰਹੀਆਂ। ਅਸੀਂ ਇਸ ਦੇਸ਼ ਦੇ ਕਾਨੂੰਨ ਕੋਲੇ ਵੀ ਗਏ, ਅਸੀਂ ਕੰਪਲੇਂਟਾਂ, FIR, ਫਿਰ ਇਹਨਾਂ ਨੇ ਉਹਦੇ ਤੇ ਕਮੇਟੀਆਂ ਵੀ ਬਣਾਤੀਆਂ। ਹਾਈ ਕੋਰਟ ਦੇ ਜੱਜ ਲੱਗੇ, ਕਈ ਪੁਲਿਸ ਦੇ ਰਿਪਰੈਜ਼ੈਂਟੇਟਿਵ ਜਾਂ ਕਮਿਸ਼ਨਰ ਲੱਗੇ, ਕਿਤੋਂ ਕੁਛ ਇਨਸਾਫ ਮਿਲਿਆ। ਅੱਜ ਤੱਕ ਜੇ ਕੋਈ ਸਾਡੇ ਕੋਲੇ ਆਪਦੀ ਜੇਲ੍ਹ ਹੁੰਦੀ, ਆਪਦਾ ਕਾਨੂੰਨ ਹੁੰਦਾ, ਅਸੀਂ ਫਿਰ ਆਪਦੀ ਜੇਲ੍ਹ ਜਾਂ ਆਪਦੇ ਕਾਨੂੰਨ 'ਚ ਰੱਖ ਦਿੰਦੇ। ਪਰ ਜੇ ਤੁਸੀਂ ਸਾਨੂੰ ਇਨਸਾਫ ਹੀ ਨਹੀਂ ਦਿੱਤਾ, ਫਿਰ 5 ਸਾਲ ਦੀ ਲਗਾਤਾਰ ਭੜਕਾਉਣ ਦੀ ਪ੍ਰਕਿਰਿਆ ਜਦੋਂ ਤੁਸੀਂ ਕਰ ਰਹੇ ਹੋ ਤੇ ਸਾਡੀ ਸੇਕਰਡਨੈਸ ਨੂੰ ਤੁਸੀਂ ਉਹਦੇ ਤੇ ਹਮਲੇ ਕਰਦੇ, ਉਹਨੂੰ ਆ ਕੇ ਤੁਸੀਂ ਬਾਰ-ਬਾਰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਫਿਰ ਜੋ ਹੋਇਆ ਉਹ ਪਹਿਲੇ ਜਜ਼ਬੇ 'ਚ ਹੋਇਆ, ਉਹੀ ਸਪਿਰਿਟ, ਉਹੀ ਜਜ਼ਬਾ ਜਿਹੜਾ 26 ਨਵੰਬਰ ਨੂੰ ਦਿਖਿਆ ਸੀ, 26 ਜਨਵਰੀ ਨੂੰ ਦਿਖਿਆ ਸੀ, ਪੂਰੇ ਕਿਸਾਨ ਸੰਘਰਸ਼ 'ਚ ਦਿਖਿਆ ਸੀ, ਉਹੀ ਜਜ਼ਬਾ ਸੀ ਜਦੋਂ ਸਿੰਘਾਂ ਨੇ ਸੌਦਾ ਲਾਇਆ। ਫਿਰ ਤੁਸੀਂ ਉਸ ਜਜ਼ਬੇ ਨੂੰ ਕਹਿੰਦੇ ਹੋ ਵੀ ਇਹ ਤਾਂ ਬਹੁਤ ਮਾੜੀ ਗੱਲ ਹੋਈ। ਹੁਣ ਜਦੋਂ ਅਸੀਂ ਲੰਗਰ ਲਾਉਂਦੇ ਹਾਂ, ਸੇਵਾ ਕਰਦੇ ਹਾਂ, ਉਦੋਂ ਤਾਂ ਜਦੋਂ ਬਾਰਡਰਾਂ ਤੇ ਲੜਦੇ ਹਾਂ ਉਦੋਂ ਸਿੱਖ ਬਹੁਤ ਚੰਗੇ ਆ, ਉਦੋਂ ਮਾੜੇ ਨਹੀਂ, ਉਦੋਂ ਬਹੁਤ ਚੰਗੇ ਆ। ਕਿਉਂ? ਉਹ ਸਾਨੂੰ ਗੁਰੂ ਨੇ ਸਿਖਾਇਆ ਤੇ ਇਹ ਵੀ ਤਾਂ ਸਾਨੂੰ ਗੁਰੂ ਨੇ ਸਿਖਾਇਆ ਨਾ। ਸਿੱਖੀ ਦਾ ਇੱਕ ਪੈਕੇਜ ਹੈ ਨਾ, ਆਪਦੇ ਆਪ 'ਚ ਇੱਕ ਸਮੁੱਚਤਾ। ਤੁਸੀਂ ਇਹ ਕਹੀ ਜਾਓ ਵੀ ਸਿੱਖੀ ਦਾ ਇੱਕ ਅੰਸ਼ ਆ ਜਿਹੜਾ ਉਹਨੂੰ ਤਾਂ ਤੁਸੀਂ ਜਿਉਂਦਾ ਰੱਖੋ, ਬਾਕੀ ਅੰਸ਼ ਮਾਰ ਲਓ। ਇਹੀ ਤਾਂ ਲੜਾਈ ਹੈ, ਸਾਡੀ ਲੜਾਈ ਤਾਂ ਇਹੀ ਆ, ਸਾਡਾ ਸੰਘਰਸ਼ ਹੀ ਇਹ ਵੀ ਇਹਨੂੰ ਸਮੁੱਚਤਾ 'ਚ ਦੇਖੋ। ਇਹ ਕੋਈ ਅੰਸ਼ ਨਹੀਂ ਹੈ ਕਿ ਵੀ ਲੰਗਰ ਸੇਵਾਦਾਰ ਬਣੀ ਜਾਓ ਤੁਸੀਂ, ਪਰ ਜਦੋਂ ਦੂਜਾ ਅੰਸ਼ ਪੈਦਾ ਹੁੰਦਾ ਉਹ ਜਜ਼ਬਾ ਜਾਗਦਾ, ਉਹਨੂੰ ਕਿਵੇਂ ਨਿਪਟਿਆ? ਕਾਨੂੰਨ ਹੱਥ 'ਚ ਲੈ ਲਿਆ। ਫਿਰ ਕਾਨੂੰਨ ਤਾਂ ਸ਼ਹੀਦ ਭਗਤ ਸਿੰਘ ਨੇ ਵੀ ਹੱਥ 'ਚ ਲਿਆ ਸੀ ਜਦੋਂ ਸਾਂਡਰਸ ਤੇ ਗੋਲੀ ਚਲਾਈ ਸੀ, ਜਦੋਂ ਅਸੈਂਬਲੀ 'ਚ ਬੰਬ ਸੁੱਟਿਆ ਸੀ। ਫਿਰ ਸ਼ਹੀਦ ਊਧਮ ਸਿੰਘ ਨੇ ਵੀ ਕਾਨੂੰਨ ਹੱਥ 'ਚ ਲਿਆ ਸੀ। ਫਿਰ ਹਰ ਕੋਈ ਸੰਘਰਸ਼ੀ ਬੰਦਾ, ਜਿੰਨੀਆਂ ਅੱਜ ਤੋਂ ਲੈ ਕੇ ਇਤਿਹਾਸ ਗਵਾਹ ਜਿਨ੍ਹਾਂ ਨੇ ਆਪਦੇ ਹੱਕ ਲਏ, ਉਹਨਾਂ ਸਾਰਿਆਂ ਨੇ ਕਾਨੂੰਨ ਹੱਥ 'ਚ ਲਏ ਸੀ। ਜਦੋਂ ਕਾਨੂੰਨ ਇੰਨਾ ਪੱਖਪਾਤੀ ਹੋਵੇ,
ਤੁਹਾਨੂੰ ਥੋੜਾ ਨਿਆਂ ਨਾ ਮਿਲੇ ਫਿਰ ਤੁਸੀਂ ਕੀ ਕਰੋਗੇ? ਆਪਦਾ ਨਿਆਂ ਤਾਂ ਲਓਗੇ। ਸਾਨੂੰ 84 ਦਾ ਨਿਆਂ ਮਿਲ ਗਿਆ, ਦੱਸੋ ਕਿ ਮਿਲ ਗਿਆ ਹੋਵੇ? 84 ਤੋਂ ਬਾਅਦ ਸਾਡੇ ਪਿੰਡਾਂ ਚੋਂ ਪਰਿਵਾਰਾਂ ਦੇ ਪਰਿਵਾਰ ਖਤਮ ਕਰਦੇ ਇਹਨਾਂ ਨੇ, ਕੱਢ ਮਾਰੇ, ਉਹਦਾ ਨਿਆਂ ਮਿਲ ਗਿਆ। ਖਾਲੜਾ ਸਾਹਿਬ ਦਾ ਨਿਆਂ ਮਿਲ ਗਿਆ। ਨਿਆਂ ਦਿੱਤਾ ਕਿਤੇ ਸਾਨੂੰ? ਸੋ ਇਹ ਜਿਹੜੀ ਦੂਰੇ ਮਾਪਦੰਡ ਆ, ਫਿਰ ਤਾਂ ਅਸੀਂ ਕਿਸਾਨੀ ਸੰਘਰਸ਼ ਜਦੋਂ ਸਾਡੇ ਜਿਨ੍ਹਾਂ ਦੀ ਅਸੀਂ ਅੰਤਿਮ ਅਰਦਾਸ ਲਈ ਅੱਜ ਅਖੰਡ ਪਾਠ ਸਾਹਿਬ ਉਹਨਾਂ ਦੇ ਭੋਗ ਪਾਏ ਆ, ਜਿਹੜੇ ਲਖੀਮਪੁਰ ਖੀਰੀ 'ਚ ਸਾਡੇ ਬੰਦੇ ਜਿਨ੍ਹਾਂ ਨੂੰ ਲਤਾੜ ਕੇ ਦਗੜ ਕੇ ਸ਼ਹੀਦ ਕੀਤਾ ਗਿਆ ਸਟੇਟ ਦੇ ਟੈਰਰ ਨੇ, ਸਾਨੂੰ ਉਹਨਾਂ ਦਾ ਨਿਆਂ ਮਿਲ ਗਿਆ। ਅੱਛਾ, ਫਿਰ ਉੱਥੇ ਜਿਹੜੇ ਬੰਦੇ ਬੀਜੇਪੀ ਦੇ ਮਾਰੇ ਅਸੀਂ, ਫਿਰ ਤਾਂ ਅਸੀਂ ਵੀ ਕਾਨੂੰਨ ਹੱਥ 'ਚ ਲੈ ਲਿਆ ਸੀ। ਉਹਦੇ ਕਾਨੂੰਨ ਉਹਦੇ ਤਾਂ ਕੈਦ ਸਾਹਿਬ ਕਹਿ ਰਹੇ ਆ ਵੀ ਐਕਸ਼ਨ ਦਾ ਰਿਐਕਸ਼ਨ ਆ, ਇੱਥੇ ਐਕਸ਼ਨ ਦਾ ਰਿਐਕਸ਼ਨ ਕਿਸੇ ਨੂੰ ਨਹੀਂ ਦਿੰਦਾ। ਇਹੀ ਗੱਲ ਸੰਤਾਂ ਨੇ ਪ੍ਰਤੱਖ ਕਰਾਈ ਸੀ ਵੀ ਗੱਲ ਕੀ ਹੈ, ਇਹ ਸਿਸਟਮ ਕੀ ਹੈ, ਇਹ ਤਾਣਾ ਬਾਣਾ ਕੀ ਹੈ, ਇਹ ਵਾਪਰੀ ਕੀ ਜਾਂਦਾ, ਇਹਨੂੰ ਤਾਂ ਪਛਾਣੋ, ਇਸ ਗੱਲ ਨੂੰ ਤਾਂ ਸਮਝੀਏ। ਇੱਥੇ ਪੰਜਾਬ ਦੀ ਸਿੱਖਾਂ ਦੀ ਵਿਲੱਖਣਤਾ ਜਾਂ ਸਾਡੇ ਸੱਭਿਆਚਾਰਕ ਹੋਂਦ ਤੇ ਕਿਸ ਤਰ੍ਹਾਂ ਦਾ ਹਮਲਾ ਕੀਤਾ ਜਾ ਰਿਹਾ, ਇਸ ਗੱਲ ਨੂੰ ਤਾਂ ਸਮਝੋ। ਸੋ ਇੱਕ ਜਿਹੜਾ ਅੱਜ ਸਿਸਟਮ ਉਸਾਰ ਦਿੱਤਾ ਗਿਆ ਪਿਛਲੇ 17-75 ਸਾਲਾਂ ਤੋਂ, ਜੇ ਅਸੀਂ ਇਹ ਕਹੀਏ ਵੀ ਉਹ ਕਲਚਰਲੀ ਜਾਂ ਇੱਕ ਜਿਹੜਾ ਸੱਭਿਆਚਾਰਕ ਤੌਰ ਤੇ ਉਹ ਨਿਰਪੱਖ ਆ, ਬਸ ਇੱਥੇ ਪ੍ਰੋਬਲਮ ਹੈ। ਉਹ ਸੱਭਿਆਚਾਰਕ ਤੌਰ ਤੇ ਨਿਰਪੱਖ ਸਿਸਟਮ ਨਹੀਂ ਹੈ। ਸੋ ਫਿਰ ਅੱਜ ਦੀਆਂ ਘਟਨਾਵਾਂ ਜਿਹੜੀਆਂ BSF ਰਾਤੀ ਜਾਂ ਸਾਡੇ ਕਿਸਾਨੀ ਸੰਘਰਸ਼ ਨੂੰ ਲੈ ਲਓ, ਜਾਂ ਜਿਵੇਂ ਸਾਡੇ ਬੰਦੇ ਮਾਰੇ ਜਾ ਰਹੇ ਆ, ਸਾਡਾ ਉਹ ਸਿਆਸੀ ਸਿੱਖ ਕੈਦੀ ਸ਼ੇਰ ਸਿੰਘ ਜਿਹੜਾ ਜੇਲ੍ਹ 'ਚ ਬੈਠਾ ਵਿਚਾਰਾ ਸ਼ਹੀਦ ਹੋ ਗਿਆ, ਇਲਾਜ ਪੱਖਾ, ਇਹ ਵਿਤਕਰੇ ਪੰਜਾਬ ਨਾਲ ਜਿਸ ਤਰ੍ਹਾਂ ਦਾ ਵਤੀਰਾ ਜਾਂ ਪੰਜਾਬ ਨਾਲ ਜਿਸ ਤਰ੍ਹਾਂ ਦਾ ਇੱਕ ਮਾਹੌਲ ਰਚਿਆ ਜਾ ਰਿਹਾ ਇੱਥੇ, ਇਹਨਾਂ ਗੱਲਾਂ ਨੂੰ ਆਪਾਂ ਕਰਨ ਵਾਸਤੇ ਇਕੱਠੇ ਹੋਏ ਹਾਂ। ਇੱਥੇ ਇਸ ਸਿਸਟਮ 'ਚ ਇਹਦਾ ਕੋਈ ਵੀ ਯੂਨਿਟ ਹੋਵੇ ਜਿਹੜੀ ਮਰਜ਼ੀ ਮਕਾਈ ਇਸ ਸਿਸਟਮ ਦੀ, ਉਹ ਸਾਡੇ ਕੋਲ ਭੁਗਤ ਰਹੀ ਹੈ। ਸਾਡੇ ਸੱਭਿਆਚਾਰ ਦੇ ਵੀ, ਸਾਡੀ ਧਾਰਮਿਕ ਹੋਂਦ ਦੇ ਵੀ, ਸਾਡੇ ਫਲਸਫਿਆਂ ਦੇ ਵੀ ਤੇ ਪੰਜਾਬ ਦੇ ਵੀ। ਸੋ ਅੱਜ ਦੀ ਲੋੜ ਕੀ ਆ, ਮਸਲਿਆਂ ਨੂੰ ਸਮਝਣਾ ਕਿਵੇਂ ਹੈ, ਇਹ ਗੱਲਾਂ ਸਾਡੇ ਲਈ ਕਰਨੀਆਂ ਬੜੀਆਂ ਜ਼ਰੂਰੀ ਆ। ਸਮਾਂ ਉਹ ਆ ਗਿਆ ਜਦੋਂ ਤੁਸੀਂ ਕਿਸੇ ਆਉਣ ਵਾਲੇ ਖਤਰੇ ਨੂੰ ਦੇਖ ਰਹੇ ਹੋ ਤੇ ਤੁਸੀਂ ਲੋਕਾਂ ਨੂੰ ਇਕੱਠੇ ਕਰਕੇ ਇਹ ਗੱਲ ਕਹਿਣੀ ਹੈ ਵੀ ਇਹਦੇ ਨਾਲ ਨਜਿੱਠਿਆ ਕਿਵੇਂ ਜਾਵੇ, ਤਾਂ ਕਿ ਜੋ ਨੁਕਸਾਨ ਅਸੀਂ ਝੱਲੇ ਆ ਉਹ ਤਾਂ ਅਸੀਂ ਝੱਲ ਲਏ। ਸਿੱਖੀ ਦਾ ਨਹੀਂ ਖਤਮ ਹੋਣੀ, ਸਿੱਖੀ ਅਸੀਂ ਸਾਰੇ ਮਰ ਵੀ ਜਾਈਏ, ਸਿੱਖੀ ਨਹੀਂ ਖਤਮ ਹੋਣੀ, ਸਾਰੀ ਕੌਮ ਮਰ ਜੇ ਤਾਂ ਵੀ ਨਹੀਂ ਖਤਮ ਹੋਣੀ, ਕਿਉਂਕਿ ਇਹੀ ਸਿੱਖੀ ਗੁਰੂ ਸਾਹਿਬ ਨੇ ਦਿੱਤੀ। ਫਿਰ ਜਿਵੇਂ ਕਹਿੰਦੇ ਸੀ ਅੱਖਾਂ ਤੇ ਕਰੀਰਾਂ 'ਚੋਂ ਪੈਦਾ ਹੋ ਜਾਣਗੇ। ਸੋ ਖਾਲਸਾ ਨਹੀਂ ਖਤਮ ਹੋ ਸਕਦਾ, ਇਹ ਸੋਚ ਆ। ਸ਼ਬਦ ਗੁਰੂ ਆ, ਸ਼ਬਦ ਗੁਰੂ ਨੂੰ ਕਿਵੇਂ ਮਾਰ ਲਾਂਗੇ? ਪਰ ਫਿਰ ਵੀ ਜਿਉਂਦੇ ਵਾਸਤੇ ਲੋਕ ਸਾਡਾ ਗੁਰੂਆਂ ਦੇ ਨਾਂ ਤੇ ਧਰਤੀ ਹੈ, ਉਹਨਾਂ ਦੇ ਨਾਂ ਤੇ ਵਸਦੀ ਹੈ। ਤੇ ਜਿਹੜੇ ਅੱਜ ਜਿਉਂਦੇ ਜਾਗ ਰਹੇ ਲੋਕ ਆ, ਇਹਨਾਂ ਦੀਆਂ ਜ਼ਮੀਰਾਂ ਜਾਗਦੀਆਂ, ਉਹਨਾਂ ਨੂੰ ਤਾਂ ਜਿਉਂਦੇ ਰੱਖਣਾ, ਉਹਨਾਂ ਨੂੰ ਤਾਂ ਹੱਸਦੇ ਖੇਡਦੇ ਰੱਖਣਾ। ਸੋ ਸਾਡਾ ਅਸੀਂ ਸਮਾਜ ਦੇ ਉਹ ਪੁਰਜੇ ਨਹੀਂ ਆ ਵੀ ਜਿਹਨਾਂ ਨੂੰ ਕੋਈ ਫਰਕ ਹੀ ਨਾ ਪਵੇ। ਜੋ ਕੁਛ ਵਾਪਰ ਰਿਹਾ ਜਿਹਨਾਂ ਨੂੰ ਨਹੀਂ ਪੈਂਦਾ, ਉਹਨਾਂ ਦੀ ਆਪਣੀ ਕੋਈ ਹਸਤੀ ਨਹੀਂ ਹੈ। ਘਰਾਂ 'ਚ ਬੈਠੇ ਆ, ਡਰਾਇੰਗ ਰੂਮ 'ਚ ਬੈਠ ਕੇ, ਆਪਣੇ ਲਿਵਿੰਗ ਰੂਮ 'ਚ ਬੈਠ ਕੇ TV ਲਾਇਆ ਹੋ ਤੇ ਉਹਨਾਂ ਨੇ ਅੱਜ ਆਪਦੇ ਲੰਚ, ਐਤਵਾਰ ਦਾ ਦਿਨ ਤਾਂ ਲੰਚ ਨੂੰ ਆਪਦੇ ਰਾਜਮਾ ਚੌਲ ਬਣਾਏ ਹੋਣਗੇ ਤੇ ਖਾਈ ਜਾਂਦੇ ਹੋਣੇ ਵਧੀਆ। ਪਰ ਸਾਨੂੰ ਪੈਂਦਾ ਵਾ, ਅਸੀਂ ਉਹ ਪੁਰਜੇ ਨਹੀਂ ਹੈ ਜਿਹਨਾਂ ਦੀ ਆਪਦੀ ਕੋਈ ਹਸਤੀ ਨਹੀਂ। ਸੋ ਜੇ ਸਾਨੂੰ ਫਰਕ ਪੈਂਦਾ, ਗੱਲਾਂ ਉਹੀ ਕਰਨੀਆਂ ਚਾਹੀਦੀਆਂ। ਸੋ ਅੱਜ ਦੀ ਗੱਲਬਾਤ ਇਸੇ ਵਿਸ਼ੇ ਤੇ ਰਹੂਗੀ ਵੀ ਜੋ ਘਟਨਾਵਾਂ ਵਾਪਰ ਰਹੀਆਂ ਉਸ ਸਾਰੇ ਸਿਲਸਿਲੇ ਨੂੰ ਕਿਸ ਤਰ੍ਹਾਂ ਦੇਖਣਾ, ਆਉਣ ਵਾਲੇ ਖਤਰੇ ਨੂੰ ਕਿਵੇਂ ਅਸੀਂ ਘੱਟ ਤੋਂ ਘੱਟ ਨੁਕਸਾਨ ਨਾਲ ਸਾਂਭ ਸਕਦੇ ਹਾਂ। ਕਿਉਂਕਿ
ਕਈ ਵਾਰੀ ਇੱਕ ਸਵਾਲ ਹੋਰ ਉੱਠ ਜਾਂਦਾ ਵੀ ਯਾਰ ਇਹ ਤਾਂ ਗੱਲਾਂ ਨੂੰ ਵਧਾ ਚੜਾ ਕੇ ਦੇਖ ਰਹੇ ਆ, ਇਹੋ ਜਿਹੀ ਤਾਂ ਕੋਈ ਗੱਲ ਵਾਪਰ ਹੀ ਨਹੀਂ ਸਕਦੀ। ਇਹ ਸਾਰੀਆਂ ਕੌਮਾਂ ਤੇ ਉੱਠਦਾ ਇਹ ਸਵਾਲ। ਯਹੂਦੀਆਂ ਤੇ ਵੀ ਉੱਠਿਆ ਸੀ ਵੀ ਗੱਲਾਂ ਨੂੰ ਵਧਾ ਚੜਾ ਕੇ ਦੇਖਣਾ, ਇਹ ਗੱਲ ਨਹੀਂ ਵਾਪਰ ਸਕਦੀ। ਜਦੋਂ ਜਰਮਨੀ 'ਚ ਇਟਲੀ 'ਚ ਯਹੂਦੀਆਂ ਤੇ ਪਾਬੰਦੀ ਲਾਉਂਦੇ ਸੀ, ਨਵੇਂ ਨਵੇਂ ਕਾਨੂੰਨ ਲੈ ਕੇ ਆਉਂਦੇ ਸੀ, ਉਦੋਂ ਉੱਥੇ ਬੈਠੇ ਯਹੂਦੀਆਂ ਨੇ ਉਸ ਵੇਲੇ ਇਹ ਗੱਲ ਵੀ ਨਹੀਂ ਕੋਈ ਨਹੀਂ ਇੰਨਾ ਕੁ ਆਪਾਂ ਕੰਪਰੋਮਾਈਜ਼ ਕਰ ਲਿਆਂਗੇ, ਇੰਨੀ ਕੁ ਗੱਲ ਨਾਲ ਅਸੀਂ ਕੋਈ ਗੱਲ ਨਹੀਂ ਸਹਿਮਤ ਹਾਂ। ਪਰ ਉਹ ਵਾਪਰਦੀ ਇੱਕ ਸਿਸਟਮ ਉੱਥੋਂ ਤੱਕ ਪਹੁੰਚ ਗਿਆ ਜਿੱਥੇ ਉਹਨਾਂ ਦੀ ਬਹੁਤ ਵੱਡੀ ਨਸਲਕੁਸ਼ੀ ਹੋਈ। ਜੈਨੋਸਾਈਡ ਸਾਡੇ ਨਾਲ ਵੀ ਵਾਪਰੀ। ਜੈਨੋਸਾਈਡ ਤੋਂ ਬਾਅਦ ਸਾਡੇ ਨਾਲ ਹੋਇਆ ਕਿ ਸੰਘਰਸ਼ ਵੀ ਉੱਠੇ। ਸਟੇਟ ਦੀ ਇੱਕ ਆਪਦੀ ਪਾਵਰ ਆ, ਬਹੁਤ ਵੱਡੀ ਪਾਵਰ ਆ, ਉਹਨਾਂ ਦਾ ਇੱਕ ਆਪਦਾ ਬਿਰਤਾਂਤ ਰਚਣ ਦਾ ਢੰਗ ਆ। ਫਿਰ ਉਸ ਸਿਸਟਮ 'ਚੋਂ ਸਟੇਟ ਦੇ ਨਾਲ ਜਿੰਨੇ ਸੈਕੂਲਰਿਸਟ ਆ, ਜਿੰਨੇ ਲੈਫਟ ਆ, ਜਿੰਨੇ ਲਿਬਰਲਸ ਆ, ਉਹ ਸਾਰੇ ਸਾਡੇ ਖੜ ਜਾਂਦੇ। ਫਿਰ ਅਸੀਂ ਇਕੱਲੇ ਦੇ ਇਕੱਲੇ ਅੱਜ ਇੱਥੇ ਬੈਠੇ ਜਿਵੇਂ ਉਹ ਆਈ ਸਮਝੋ ਵੀ ਇਹਦਾ ਕੋਈ ਮਹਾਰਾਜ ਦੀ ਦਾਤ ਹੀ ਆ ਵੀ ਆਪਾਂ ਇੰਨੇ ਇਕੱਠੇ ਹੋ ਗਏ, ਕਿਉਂਕਿ ਆਪਣੇ ਕੋਲ ਜਿਹੜਾ ਕੋਈ ਇਹੋ ਜਿਹਾ ਸਿਸਟਮ ਆ ਵੀ ਆਪਾਂ ਬੱਸਾਂ ਭਰ ਕੇ ਕਹਿ ਦਈਏ ਵੀ ਆ ਜਾਓ ਬੱਚੇ, ਜਾਂ ਕੋਈ ਪਿੰਡਾਂ 'ਚ ਸ਼ਹਿਰਾਂ 'ਚ ਆਪਣੇ ਕੋਈ ਪ੍ਰਧਾਨੀਆਂ ਕੋਈ ਬੰਦੇ ਲਾਏ ਹੋਏ ਆ, ਇਹ ਤਾਂ ਕੋਈ ਹੈ ਨਹੀਂ। ਪਤਾ ਇੱਕ ਜਥੇਬੰਦੀ ਅਲਾਮੀ ਆ। ਸੋ ਜਦੋਂ ਜੈਨੋਸਾਈਡ ਵਾਪਰੀ ਫਿਰ ਉਹਨਾਂ ਨੂੰ ਗੱਲ ਸਮਝ ਆਈ ਵੀ ਇਹ ਤਾਂ ਗੱਲ ਹੀ ਕਿਤੇ ਹੋਰ ਜਾ ਰਹੀ ਸੀ। ਇਸ ਸਿਸਟਮ 'ਚ ਜਿਹੜਾ ਸਾਡੇ ਵਿਰੁੱਧ ਸਾਰਿਆ ਗਿਆ, ਇਹਦੇ 'ਚ ਇੱਕ ਜੈਨੋਸਾਈਡ ਨਸਲਕੁਸ਼ੀ ਦੀ ਬਿਰਤੀ ਪਈ ਸੀ ਜਿਹਨੂੰ ਅਸੀਂ ਪਛਾਣ ਹੀ ਨਹੀਂ ਸਕੇ। ਸੋ ਉਸ ਨਸਲਕੁਸ਼ੀ ਦੀ ਬਿਰਤੀ ਨੇ ਜਿਹਨੂੰ ਜੈਨੋਸਾਈਡ ਪਲਸ ਕਹਿੰਦੇ ਆ, ਉਹ ਕਿਸੇ ਇੱਕ ਘਟਨਾ ਨਾਲ ਫਲੇਅਰ ਅਪ ਹੋਣਾ ਹੁੰਦਾ। ਉਹ ਇੱਕ ਘਟਨਾ ਨਾਲ ਫਲੇਅਰ ਅਪ ਹੋਈ ਤੇ ਸਾਰੀ ਕੌਮ ਦੇ ਨਸਲਕੁਸ਼ੀ ਵਾਪਰੀ। ਸਾਡੇ ਨਾਲ ਵੀ ਹੋਇਆ। ਉਸ ਤੋਂ ਬਾਅਦ ਕੌਮ ਕਰਦੀ ਕੀ ਆ? ਕੌਮ ਆਪਦੇ ਇੱਕ ਕੰਫਰਟ ਲੈਵਲ ਲੱਭਦੀ ਹੈ, ਕੰਫਰਟ ਜ਼ੋਨ ਲੱਭਦੀ ਹੈ। ਜਿਵੇਂ ਬਿੱਲੀ ਆਉਂਦੀ ਹੈ ਕਬੂਤਰ ਅੱਖਾਂ ਨਹੀਂ ਮੀਚ ਲੈਂਦਾ, ਵਾਕਈ ਇਹ ਗੱਲ ਵਾਪਰਦੀ ਹੈ। ਆਪਦੇ ਕੰਫਰਟ ਜ਼ੋਨ 'ਚ ਚਲੇ ਜਾਂਦੇ ਆ। ਉਸ ਕੰਫਰਟ ਜ਼ੋਨ 'ਚ ਜੇ ਉਹਨਾਂ ਨੂੰ ਖਿੱਚੋ, ਤੁਸੀਂ ਆਪਦੇ ਕੰਫਰਟ ਜ਼ੋਨ 'ਚ ਆਪਦੀ ਉਦਾਹਰਨ ਲਾਓ। ਜੇ ਆਪਦੇ ਕੰਫਰਟ ਜ਼ੋਨ 'ਚ ਤੁਹਾਨੂੰ ਖਿੱਚਦੇ ਆ ਤੇ ਤੁਹਾਨੂੰ ਲੱਗਦਾ ਨਹੀਂ ਯਾਰ ਇੱਥੋਂ ਨਹੀਂ ਮੈਂ ਨਿਕਲਣਾ, ਬੜਾ ਦਰਦ ਹੁੰਦਾ, ਕਿਉਂਕਿ ਉਹਨਾਂ ਨੂੰ ਰਿਐਲਿਟੀ ਦੀ ਸਮਝ ਨਹੀਂ ਆਉਂਦੀ। ਸੋ ਗੱਲਾਂ ਨੂੰ ਵਧਾ ਚੜਾ ਕੇ ਜਾਂ ਇਹ ਸੋਚ ਕੇ ਕੋਈ ਕਨਸਪੀਰੇਸੀ ਥਿਊਰੀ ਆਪਾਂ ਪੇਸ਼ ਕਰ ਰਹੇ ਹਾਂ, ਗੱਲ ਇਹ ਨਹੀਂ ਹੈ। ਗੱਲ ਜਾ ਕੇ ਤੇ ਹੋ ਰਹੀ ਆ ਗੁਰਦਾਰੇ ਕੀ ਵਾਪਰ ਰਿਹਾ, ਘਟਨਾਵਾਂ ਕੀ ਵਾਪਰ ਰਹੀਆਂ, ਇਸ ਗੱਲ ਨੂੰ ਸਮਝ ਕੇ ਆਪਦੇ ਬੰਦਿਆਂ ਦਾ, ਆਪਦੀ ਕੌਮ ਦਾ ਅਸੀਂ ਕਿਸ ਤਰ੍ਹਾਂ ਨਾਲ ਉਸ ਆਉਣ ਵਾਲੇ ਨੁਕਸਾਨ ਤੋਂ ਮਾੜਾ ਮੋਟਾ ਸਾਂਭ ਸਕਦੇ ਹਾਂ, ਇਹੀ ਵਿਸ਼ਾ। ਇੰਨੀਆਂ ਕੁ ਬੇਨਤੀਆਂ ਹਜੇ ਮੈਂ ਕਰਨੀਆਂ ਸੀ ਤੇ ਤੁਸੀਂ ਸਾਰੇ ਇੱਥੇ ਆਏ ਹੋ, ਬਹੁਤ ਬਹੁਤ ਧੰਨਵਾਦ। ਕਿਉਂਕਿ ਇੱਕ ਛੋਟੀ ਜਿਹੀ ਕਾਲ ਹੀ ਸੀ, ਹੋਰ ਤਾਂ ਕੁਛ ਨਹੀਂ। ਸੋ ਜਿਉਂਦੇ ਵਸਦੇ ਰਹੋ ਜੀ। ਤੇ ਇਸੇ ਤਰ੍ਹਾਂ ਅੱਜ ਗੰਭੀਰ ਕੁਛ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਜੇ ਕੋਈ ਆਪਦੀ ਬੈਠ ਕੇ ਵੀ ਗੱਲਬਾਤ ਕਰਨੀ ਹੋਵੇ ਉਹਦੇ ਲਈ ਮੈਂ ਕੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜੁੜੇ ਹੋਏ ਸੀਗੇ ਆਪਣੇ ਅਮਨਪ੍ਰੀਤ ਅਮਨ ਦੇ ਨਾਲ ਦੀਵਾਨ ਟੋਡਰਮਲ ਹਾਲ ਤੋਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।